मार्च ਨੂੰ ਅਕਾਲੀ ਦਲ ਕਰੇਗਾ ਵਿਧਾਨ ਸਭਾ ਦਾ ਘਿਰਾਓ। ਕਾਂਗਰਸ ਸਰਕਾਰ ਤੇ ਲਾਏ ਵਾਅਦੇ ਨਾ ਵਫਾ ਕਰਨ ਦੇ ਇਲਜ਼ਾਮ। 1 ਮਾਰਚ ਨੂੰ ਸ਼ੁਰੂ ਹੋਣਾ ਹੈ ਬਜਟ ਇਜਲਾਸ। ਅੰਦੋਲਨ ਤੇ ਖੇਤੀ ਮੰਤਰੀ ਦੀ ਦੋ ਟੁਕ ਬੋਲੇ, ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਹੋਣੇ ਰੱਦ। ਵਿਰੋਧੀਆਂ ਤੇ ਕਿਸਾਨਾਂ ਨੇ ਕੀਤੀ ਨਿਖੇਧੀ। ਚੜੂਨੀ ਬੋਲੇ, ਸਰਕਾਰ ਦੀ ਨਿਕੰਮੀ ਸੋਚ। ਜੀਂਦ ਦੇ ਗੁਲਕਨੀ ਅਤੇ ਕਰਨਾਲ ਦੇ ਮੁੰਡੋਗੜੀ 'ਚ ਕਿਸਾਨਾਂ ਨੇ ਵਾਹੀ ਫਸਲ। ਟਿਕੈਤ ਨੇ ਹਿਸਾਰ 'ਚ ਦਿੱਤਾ ਸੀ ਬਿਆਨ। ਸੋਨੀਪਤ ਦੀ ਮਹਾਪੰਚਾਇਤ 'ਚ ਫਸਲ ਬਰਬਾਦ ਨਾ ਕਰਨ ਦੀ ਕੀਤੀ ਅਪੀਲ। पंजाब 'ਚ ਪੈਟਰੋਲ ਦੀਆਂ ਕੀਮਤਾਂ ਖਿਲਾਫ ਪ੍ਰਦਰਸ਼ਨ। ਸੁਨੀਲ ਜਾਖੜ ਨੇ ਘੇਰੀ ਕੇਂਦਰ ਸਰਕਾਰ। ਸੂਬੇ ਦੇ ਹਿੱਸੇ ਦਾ ਵੈਟ ਘਟਾਉਣ ਵਾਲੇ ਸਵਾਲ ਤੇ ਵੱਟੀ ਚੁੱਪੀ। ਯੂਨਾਈਟਿਡ 에ਅਰਲਾਈਨ ਨੇ ਬੋਇੰਗ 777 ਦੇ 24 ਜਹਾਜ਼ਾਂ ਨੂੰ ਸਰਵਿਸ ਤੋਂ ਹਟਾਇਆ। ਇੰਜਨ ਨੂੰ ਅੱਗ ਲੱਗਣ ਦੇ ਹਾਦਸੇ ਦੇ ਮੱਦੇਨਜ਼ਰ ਲਿਆ ਫੈਸਲਾ। ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ, ਉਵੇਂ-ਉਵੇਂ ਸਿਆਸੀ ਪਾਰਾ ਵੀ ਚੜ੍ਹਦਾ ਜਾ ਰਿਹਾ ਹੈ। ਸਿਆਸੀ ਧਿਰਾਂ ਨੇ ਇੱਕ ਦੂਜੇ ਨੂੰ ਘੇਰਨ ਦੀ ਕਵਾਇਦ ਵੀ ਸ਼ੁਰੂ ਕਰ ਦਿੱਤੀ ਹੈ। ਅਕਾਲੀ ਦਲ ਵੱਲੋਂ 1 ਮਾਰਚ ਨੂੰ ਵਿਧਾਨ ਸਭਾ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ। ਇਲਜ਼ਾਮ ਕਾਂਗਰਸ ਸਰਕਾਰ ਤੇ ਲਾਏ ਨੇ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਕਾਂਗਰਸ ਨੇ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ, ਉਹਨਾਂ ਨੂੰ ਵਫਾ ਨਹੀਂ ਕੀਤਾ ਗਿਆ। ਜਿਹੜੀ ਝੂਠੀ ਸਹੁੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਖਾਧੀ ਸੀ, ਹੁਣ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ 1 ਮਾਰਚ ਤੋਂ ਸ਼ੁਰੂ ਹੋ ਰਿਹਾ। ਉਸ ਝੂਠੀ ਸਹੁੰ ਖਾ ਕੇ ਵਿਸ਼ਵਾਸਘਾਤ ਕਰਨ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ 1 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦਾ ਘਿਰਾਓ ਕਰਨ ਦਾ ਜਿਹੜਾ ਉਹ ਫੈਸਲਾ ਕੀਤਾ। ਅਕਾਲੀ ਦਲ ਨੇ ਰਣਨੀਤੀ ਘੜੀ ਹੈ ਪੰਜਾਬ ਸਰਕਾਰ ਨੂੰ ਘੇਰਨ ਲਈ। 1 ਮਾਰਚ ਨੂੰ ਅਕਾਲੀ ਦਲ ਵਿਧਾਨ ਸਭਾ ਵੱਲ ਕੂਚ ਕਰੇਗਾ। ਵਿਧਾਨ ਸਭਾ ਦੇ ਘਿਰਾਓ ਦੀ ਇਹ ਵਿਉਂਤ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ 'ਚ ਹੋਈ ਹੈ। ਅਕਾਲੀ ਦਲ ਨੇ ਕਾਂਗਰਸ ਸਰਕਾਰ ਅਤੇ ਖਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਹੁੰ ਖਾ ਕੇ ਕੀਤੇ ਵਾਅਦੇ ਵਫਾ ਨਾ ਕਰਨ ਦਾ ਇਲਜ਼ਾਮ ਲਾਇਆ। ਔਰ ਕਮੇਟੀ ਨੇ ਮਹਿਸੂਸ ਕੀਤਾ ਹੈ ਕਿ ਇਹ ਜਿਹੜਾ ਬਹੁਤ ਵੱਡਾ ਵਿਸ਼ਵਾਸਘਾਤ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੀਤਾ ਸੀ, ਉਹ ਇਹਦੇ ਵਾਸਤੇ, ਕਿਉਂਕਿ ਜਿਹੜਾ ਸੁਸਾਈਡ ਨੋਟ ਹੈ ਉਹਦੇ ਵਿੱਚ ਵੀ ਖੁੱਲ੍ਹ ਕੇ ਉਹਨਾਂ ਨੇ ਪੰਜਾਬ ਸਰਕਾਰ ਦੀ ਕਰਜ਼ਾ ਮਾਫੀ ਦਾ ਜਿਹੜਾ ਜ਼ਿਕਰ ਕੀਤਾ ਸੀ। ਅੱਜ ਨਿਖੇਧੀ ਵੀ ਕੀਤੀ ਹੈ ਉਹਨਾਂ ਨੂੰ। ਇਹਦੇ ਕਰਕੇ ਅਸਤੀਫਾ ਵੀ ਦੇਣਾ ਚਾਹੀਦਾ। ਦੂਜੀ, ਸਾਰੇ ਜਿੰਨੇ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸੀ, ਕੋਈ ਵੀ ਵਾਅਦਾ ਉਹਨਾਂ ਦੇ ਵਿੱਚੋਂ ਅੱਜ ਤੱਕ ਪੂਰਾ ਨਹੀਂ ਹੋਇਆ। ਇਸ ਲਈ ਜਿਹੜੀ ਝੂਠੀ ਸਹੁੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਖਾਧੀ ਸੀ, ਹੁਣ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ 1 ਮਾਰਚ ਤੋਂ ਸ਼ੁਰੂ ਹੋ ਰਿਹਾ। ਉਸ ਝੂਠੀ ਸਹੁੰ ਖਾ ਕੇ ਵਿਸ਼ਵਾਸਘਾਤ ਕਰਨ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ 1 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦਾ ਘਿਰਾਓ ਕਰਨ ਦਾ ਜਿਹੜਾ ਉਹ ਫੈਸਲਾ ਕੀਤਾ। ਪਹਿਲਾਂ ਸਾਰੇ ਜਿਹੜੀ ਸੈਕਟਰ 25 ਦੀ ਗਰਾਊਂਡ ਹੈ ਉੱਥੇ ਪਾਰਟੀ ਦੇ ਵਰਕਰ ਇਕੱਠੇ ਹੋਣਗੇ। ਉੱਥੋਂ ਇਕੱਠੇ ਹੋ ਕੇ ਫਿਰ ਅਸੀਂ ਪੰਜਾਬ ਵਿਧਾਨ ਸਭਾ ਵੱਲ ਮਾਰਚ ਜਿਹੜਾ ਕਰਾਂਗੇ। ਔਰ ਪੰਜਾਬ ਸਰਕਾਰ ਨੇ ਜਿਹੜਾ ਵੱਡਾ ਵਿਸ਼ਵਾਸਘਾਤ ਕੀਤਾ, ਇਹਨਾਂ ਨੂੰ ਉਹਦੀ ਯਾਦ ਦਿਲਾਵਾਂਗੇ। ਸਾਕਾ ਨਨਕਾਣਾ ਸਾਹਿਬ ਜਾਣ ਵਾਲੇ ਸਿੱਖ ਜਥੇ ਤੇ ਲੱਗੀ ਰੋਕ ਤੇ ਵੀ ਅਕਾਲੀ ਦਲ ਹਮਲਾਵਰ ਹੈ। ਮਤਾ ਪਾਸ ਹੋਇਆ ਕੇਂਦਰ ਸਰਕਾਰ ਖਿਲਾਫ ਅਤੇ ਤਿੱਖੇ ਸਵਾਲ ਸੂਬਾ ਸਰਕਾਰ ਤੋਂ ਵੀ ਹੋਏ ਨੇ। ਜਿਹੜੀ ਹੈ ਨਨਕਾਣਾ ਸਾਹਿਬ ਜਿਹੜਾ ਜਥਾ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਦੇ ਮੌਕੇ ਦੇ ਉੱਤੇ ਜਾਣਾ ਸੀ, ਉਸ ਜਥੇ ਨੂੰ ਰੋਕ ਕੇ ਜਿਹੜਾ ਬਹੁਤ ਹੀ ਮਾੜਾ ਕੰਮ ਮੈਂ ਕਹਿ ਸਕਦਾ, ਜਿਹਦੇ ਨਾਲ ਸਾਰੀ ਸਿੱਖ ਕੌਮ ਦੇ ਹਿਰਦਿਆਂ ਨੂੰ ਬਹੁਤ ਗਹਿਰੀ ਸੱਟ ਵੱਜੀ ਹੈ, ਉਹਦੇ ਖਿਲਾਫ ਮਤਾ ਪਾਸ ਕਰਕੇ ਤੇ ਉਹ ਵੀ ਕੇਂਦਰ ਸਰਕਾਰ ਦੀ ਵੀ ਨਿਖੇਧੀ ਕੀਤੀ ਗਈ ਹੈ, ਪੰਜਾਬ ਸਰਕਾਰ ਦੀ ਵੀ ਨਿਖੇਧੀ ਕੀਤੀ ਗਈ ਹੈ ਕਿ ਇਹਨੇ ਵੀ ਜਥੇ ਦੇ ਨੂੰ ਪਰਮਿਸ਼ਨ ਦੇਣ ਦੇ ਵਿੱਚ ਕੋਈ ਰੋਲ ਜਿਹੜਾ ਉਹ ਨਹੀਂ ਪਲੇ ਕੀਤਾ, ਕਿਉਂਕਿ ਦੋਨਾਂ ਸਰਕਾਰਾਂ ਦੀ ਮਿਲੀ ਭੁਗਤ ਜਿਹੜੀ ਹੈ ਉਹ ਨਜ਼ਰ ਆਉਂਦੀ। 2022 ਦਾ ਚੋਣ ਦੰਗਲ ਨੇੜੇ ਹੈ, ਕੁਝ ਹੀ ਮਹੀਨੇ ਬਚੇ ਨੇ। ਇਸੇ ਲਈ ਲੋਕ ਹਿੱਤਾਂ ਦੀਆਂ ਗੱਲਾਂ ਹੁਣ ਜ਼ੋਰ ਸ਼ੋਰ ਨਾਲ ਉੱਠਣ ਲੱਗੀਆਂ ਨੇ। ਹਰ ਸਿਆਸੀ ਧਿਰ ਲੋਕ ਹਿਤੈਸ਼ੀ ਸਾਬਿਤ ਹੋਣ ਦੀ ਵਾਲ ਆ ਰਹੀ ਹੈ। 1 ਮਾਰਚ ਤੋਂ ਬਜਟ ਇਜਲਾਸ ਸ਼ੁਰੂ ਹੋਣਾ ਤੇ ਉਸੇ ਦਿਨ ਹੀ ਅਕਾਲੀ ਦਲ ਨੇ ਤਿਆਰੀ ਖਿੱਚ ਲਈ ਹੈ ਕੈਪਟਨ ਸਰਕਾਰ ਨੂੰ ਘੇਰਨ ਦੀ। ਭੀੜ ਇਕੱਠੇ ਕਰਨ ਦੇ ਨਾਲ ਕਾਨੂੰਨ ਰੱਦ ਨਹੀਂ ਹੁੰਦੇ ਇਹ ਕਹਿਣਾ ਹੈ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ। ਤੇ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਹੁਣ ਵਿਰੋਧੀਆਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ। ਇਹ ਵੀ ਦੱਸਿਆ ਹੈ ਕਿ ਇਹ ਜੋ ਭੀੜ ਹੈ ਇਹ ਕਿਉਂ ਇਕੱਠੀ ਹੋਈ ਹੈ ਤੇ ਜੇਕਰ ਇਸ ਭੀੜ ਦੇ ਮਸਲੇ ਦਾ ਹੱਲ नहीं ਕੀਤਾ ਤਾਂ अंजाम की होएगा। कानून में किसान के विरुद्ध क्या है ये तुम बताओ। फ्लैट कहोगे कानून हटा दो, तो ऐसे थोड़ी होता है कि कोई भीड़ इकट्ठी हो जाए और कानून हट जाए। ਭੀੜ ਇਕੱਠੀ ਕਰਕੇ ਕਿਉਂ ਨਹੀਂ ਹੱਲ ਹੋਣਗੇ? ਜਦੋਂ ਭੀੜ ਦਾ ਮਤਲਬ ਦਰਦ ਹੈ ਨਾ, ਜਿੰਨੇ ਲੋਕ ਉੱਥੇ ਗਏ ਨੇ ਉਹਨਾਂ ਦਾ ਦਰਦ ਹੈ ਉਹ।
ਇਹਨਾਂ ਨੂੰ ਭੀੜ ਲੱਗਣ ਲੱਗੀ। ਇਹ ਲੋਕ ਹੈ ਜਿਨ੍ਹਾਂ ਨੂੰ ਤੁਸੀਂ ਧੋਖਾ ਦੇ ਕੇ ਉਸ ਕੁਰਸੀ ਤੇ ਬੈਠੇ ਹੋ, ਉਸੇ ਭੀੜ ਵਾਲੀ ਥਾਂ ਤੁਹਾਨੂੰ ਲੈ ਕੇ ਆਣਗੇ लोग। ये इससे बड़ी निकम्मी सोच और क्या हो सकती है कि उनको भीड़ जनता नजर नहीं आती, उनको भीड़ ये लगती है जैसे दूसरे देश की भीड़ हो। ਇਹ ਜੋ ਸਿਆਸਤ ਪੱਖੀ ਹੈ, ਇਹ ਕਿਸਾਨਾਂ ਦੇ ਇਕੱਠ ਦੀਆਂ ਨਿੱਤ ਆਉਂਦੀਆਂ ਤਸਵੀਰਾਂ ਤੋਂ ਬਾਅਦ ਦਾ ਪ੍ਰਤੀਕਰਮ ਹੈ। ਕਿਸਾਨਾਂ ਦਾ ਠਾਠਾ ਮਾਰਦਾ ਇਕੱਠ ਸੋਨੀਪਤ ਦੇ ਖਰਕੌਦਾ ਦੀ ਕਿਸਾਨ ਮਹਾਪੰਚਾਇਤ ਦਾ ਹੈ ਤੇ ਅਜਿਹੀ ਪੀੜ ਨਾਲ ਕਾਨੂੰਨ ਰੱਦ ਨਹੀਂ ਹੋਣਗੇ, ਇਹ ਬਿਆਨ ਖੇਤੀਬਾੜੀ ਮੰਤਰੀ ਦਾ ਹੈ। कानून में किसान के विरुद्ध क्या है ये तुम बताओ। फ्लैट कहोगे कानून हटा दो, तो ऐसे थोड़ी होता है कि कोई भीड़ इकट्ठी हो जाए और कानून हट जाए। ये तो रखना पड़ेगा अपने को कि भाई आखिर कौन सा पॉइंट है जो किसान के विरुद्ध जाता है। सरकार समझने को तैयार है, सरकार संशोधन करने को तैयार है, सरकार चर्चा करने को तैयार है, आज भी तैयार है, प्रधानमंत्री ने भी कह दिया। तो किसान यूनियन आंदोलन करती रहे, उससे क्या होगा। ਅੱਜ ਇਹਨਾਂ ਨੂੰ ਭੀੜ ਲੱਗਣ ਲੱਗੀ। ਇਹ ਲੋਕ ਹੈ ਜਿਨ੍ਹਾਂ ਨੂੰ ਤੁਸੀਂ ਧੋਖਾ ਦੇ ਕੇ ਉਸ ਕੁਰਸੀ ਤੇ ਬੈਠੇ ਹੋ, ਉਸੇ ਭੀੜ ਵਾਲੀ ਥਾਂ ਤੁਹਾਨੂੰ ਲੈ ਕੇ ਆਣਗੇ ਲੋਕ। ਅੱਜ ਇਸੇ ਤਰ੍ਹਾਂ ਹੀ ਚੱਲਦਾ ਰਿਹਾ, ਕਿਉਂਕਿ ਉੱਥੇ ਇੱਕ ਸੰਘਰਸ਼ ਨਹੀਂ, ਇੱਕ ਰੈਵੋਲੂਸ਼ਨ ਹੈ, ਇੱਕ ਕ੍ਰਾਂਤੀ ਹੈ ਜਿਹੜੀ ਦਿੱਲੀ ਦੇ ਦਰਵਾਜ਼ੇ ਤੇ ਖੜੀ ਹੈ। ਨੇ ਭੀੜ ਇਕੱਠੀ ਕਰਕੇ ਕਿਉਂ ਨਹੀਂ ਹੱਲ ਹੋਣਗੇ? ਜਦੋਂ ਭੀੜ ਦਾ ਮਤਲਬ ਦਰਦ ਹੈ ਨਾ, ਜਿੰਨੇ ਲੋਕ ਉੱਥੇ ਗਏ ਨੇ ਉਹਨਾਂ ਦਾ ਦਰਦ ਹੈ ਉਹ। ਸੋ ਤੁਮ 11 ਦੌਰ ਦੀ ਬਾਤਚੀਤ ਹੋਗੀ, 7-7 ਘੰਟਿਆਂ ਦੀ ਗੱਲ ਹੋਗੀ ਤੇ ਫਿਰ ਪਾਰਲੀਮੈਂਟ 'ਚ ਕਹਿੰਦੇ ਚਰਚਾ ਕਰ ਲਓ, ਪਾਰਲੀਮੈਂਟ ਚਰਚਾ ਹੋਗੀ, ਫਿਰ ਕੀ ਹੋ ਗਿਆ? ਸੋ ਇਹ ਉਹਨਾਂ ਦੀ ਅਸਲ 'ਚ ਨੀਅਤ ਹੀ ਹੈ ਨਹੀਂ। ਜੋ ਨੀਅਤ ਹੀ ਹੈ ਉਹ ਪੂੰਜੀਪਤੀਆਂ ਨੂੰ ਫਾਇਦਾ ਪਹੁੰਚਾਉਣ ਦੀ ਹੈ। बहुत लंबा आंदोलन चल गया और अन्नदाता इतने दिन से घर से बाहर बैठा है, तो ये देश का नुकसान होगा। बोता तो अकेला किसान है, खाता तो पूरा हिंदुस्तान है। केंद्र सरकार को 2 कदम आगे बढ़कर उनसे बातचीत करनी चाहिए और इसका निपटारा कराना चाहिए, नहीं तो ये बड़ा भारी देश का नुकसान है। ਸਰਕਾਰ ਚਾਹੇ ਜੋ ਕਹੇ, ਪਰ ਕਿਸਾਨ ਆਰ-ਪਾਰ ਦੇ ਰੋਚ ਨੇ। ਐਤਵਾਰ ਨੂੰ ਬਰਨਾਲਾ 'ਚ ਇਹ ਹਾਲਾਤ ਸਨ ਅਤੇ ਸੋਮਵਾਰ ਨੂੰ ਸੋਨੀਪਤ 'ਚ ਇਹ ਆਲਮ ਸੀ ਤੇ ਦਿੱਲੀ ਦੀਆਂ ਬਰੂਹਾਂ ਤੇ ਤਾਂ ਪੱਕਾ ਮੋਰਚਾ ਜਾਰੀ ਹੈ। ਪਰ ਹੁਣ ਕਿਸਾਨ ਸਰਕਾਰ ਨੂੰ ਹੋਰ ਕਰੜੇ ਹੱਥੀ ਲੈਣ ਦੀ ਤਿਆਰੀ 'ਚ ਨੇ। बाबा रामदेव इनसे भी बड़ा धोखेबाज निकला। बाबा रामदेव ने तो बीजेपी के वोट भी मांगे थे, उसने तो सबसे बड़ा धोखा किया लोगों से, अब बोल नहीं रहा है और देश को लूट के देश का 5वें नंबर का अमीर बन गया है। इसलिए अंबानी का, अडानी का और बाबा रामदेव के सारे सामानों का बहिष्कार करने का अनुरोध किया है। जो नेता हमारे गांव में घुसेंगे, कहीं रैली करेंगे, उन सब का बहिष्कार होगा। हम उनको कहीं पे कोई प्रोग्राम नहीं करने देंगे। ਅੰਦੋਲਨ 'ਚ ਪੰਜਾਬ ਹਰਿਆਣਾ ਇੱਕਮਿਕ ਹੋਇਆ ਹੈ, ਪਰ ਇਸੇ ਦੌਰਾਨ SYL ਦੇ ਮੁੱਦੇ ਜ਼ਰੀਏ ਸੰਨ ਲਾਉਣ ਦੀ ਕੋਸ਼ਿਸ਼ ਵੀ ਹੋਈ ਹੈ ਤੇ JP ਦਲਾਲ ਦੀ SYL ਦੀ ਦਲੀਲ ਤੇ ਪਲਟਵਾਰ ਪੰਜਾਬ ਕਾਂਗਰਸ ਪ੍ਰਧਾਨ ਨੇ ਕੀਤਾ ਹੈ। SYL का मुद्दा जो है वो इस किसान आंदोलन की मांग में होना चाहिए, क्योंकि हरियाणा के किसानों के लिए जीवन मरण का प्रश्न है। आज भी मेरे दक्षिण हरियाणा है, पीने का पानी नहीं है। हमारी जूही कनाल में, शिवानी में, लोहारू कनाल में सिर्फ पीने का पानी मुश्किल से पहुंच पाता है, सिंचाई के लिए पानी नहीं है। तो सब पार्टियों को आज भी वक्त है कि जो हमारी असली बात है, जो हमारी आने वाली पीढ़ियों का भविष्य तय करेगी, SYL है, उसकी मांग करनी चाहिए। ਹਰਿਆਣਾ ਆਪਣੇ ਆਪ ਨੂੰ ਛੋਟਾ ਭਰਾ ਤੇ ਪੰਜਾਬ ਨੂੰ ਵੱਡਾ ਭਰਾ ਮੰਨਦਾ ਹੈ। ਅੱਜ ਉਹ ਜਿਹੜਾ ਸਿਰਫ ਮੰਨਦੇ ਹੀ ਨਹੀਂ, ਹੁਣ ਉਹ ਭਰਾਪਾ ਜਿਹੜਾ ਹੈ ਬਹੁਤ ਹੀ ਡੂੰਘਾ ਆਪਸ 'ਚ ਪਿਆਰ ਦੋਨਾਂ ਭਰਾਵਾਂ ਦਾ ਸਿੰਘੂ ਤੇ ਟਿਕਰੀ ਬਾਰਡਰ ਤੇ ਦੇਖਣ ਨੂੰ ਮਿਲ ਰਿਹਾ। ਉਹਦੇ ਵਿੱਚ ਉਸ ਮਾਹੌਲ ਨੂੰ ਵਿਗਾੜਨ ਵਾਸਤੇ ਆ ਜਿਹੜੇ ਇਸ ਕਿਸਮ ਦੇ ਓਛੇ ਬਿਆਨ ਦੇ ਰਹੇ ਹੈ, ਸ਼ੋਭਾ ਨਹੀਂ ਦਿੰਦਾ। ਲਾਲ ਸਾਹਿਬ ਦੀ ਪਿਆਸ ਤਾਂ ਪਤਾ ਨਹੀਂ ਕਦੋਂ ਬੁਝੂਗੀ ਕਿ ਨਹੀਂ ਬੁਝੂਗੀ। ਮੇਰਾ ਇੱਕ ਸਵਾਲ ਹੈ ਦਲਾਲ ਸਾਹਿਬ ਦੇ ਰਾਹੀਂ, ਕਿਉਂਕਿ ਦਲਾਲ ਸਾਹਿਬ ਤਾਂ ਇੱਕ ਵਿਚੋਲੀਏ। ਮੇਰਾ ਸਵਾਲ BJP ਦੀ ਹਾਈ ਕਮਾਂਡ ਨੂੰ ਹੈ ਵੀ ਤੁਹਾਡਾ ਢਿੱਡ ਕਦੋਂ ਭਰੂਗਾ? ਕਿੰਨੀ ਕੁ ਹੋਰ ਕੁਰਬਾਨੀਆਂ ਕਿਸਾਨ ਦੇਣਗੇ ਤਾਂ ਤੁਸੀਂ ਤੁਹਾਡਾ ਢਿੱਡ ਭਰੂਗਾ, ਤਾਂ ਤੁਸੀਂ ਅਹੰਕਾਰ ਦੇ ਘੋੜੇ ਤੋਂ ਉਤਰੋਗੇ।
ਕਿਸਾਨਾਂ ਨੇ ਅਗਲੇ ਇੱਕ ਹਫ਼ਤੇ ਦਾ ਪ੍ਰੋਗਰਾਮ ਉਲੀਕ ਲਿਆ ਹੈ। ਲਾਮਬੰਦੀ ਜਾਰੀ ਹੈ ਤੇ ਉਧਰ ਸਰਕਾਰ ਦੀ ਬ੍ਰੇਕ ਅਜੇ ਤੱਕ ਸੋਧਾਂ ਤੇ ਲੱਗੀ ਹੋਈ ਹੈ। ਡੈਡਲੌਕ ਬਰਕਰਾਰ ਹੈ। ਰਾਹ ਕਿਵੇਂ ਨਿਕਲੇਗਾ ਇਸ ਦਾ ਸਭ ਨੂੰ ਇੰਤਜ਼ਾਰ ਹੈ। ਫਰੰਟਫੁੱਟ ਦੇ ਵਿੱਚ ਇੱਥੇ ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਵਕਫੇ ਦਾ, ਪਰ ਬ੍ਰੇਕ ਦੇ ਉਸ ਪਾਰ ਦਿਖਾਵਾਂਗੇ ਕਿ ਹਰਿਆਣਾ ਦੇ ਵਿੱਚ ਕਿਸਾਨਾਂ ਨੇ ਕਿਉਂ ਵਾਹ ਦਿੱਤੀ ਹੈ ਆਪਣੀ ਫਸਲ। ਖੇਤ ਦੇ ਵਿੱਚ ਫਸਲ ਬੀਜਣ ਤੋਂ ਲੈ ਕੇ ਵੱਢਣ ਤੱਕ ਅਤੇ ਫਿਰ ਮੰਡੀ ਦੇ ਵਿੱਚ ਵੇਚਣ ਤੱਕ ਕਿਸਾਨ ਖਾਸੀ ਮਿਹਨਤ ਕਰਦਾ ਹੈ, ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਕਿਸਾਨ ਆਪਣੀ ਫਸਲ ਨੂੰ ਬੱਚਿਆਂ ਦੀ ਤਰ੍ਹਾਂ ਪਾਲਦਾ ਹੈ। ਅਤੇ ਸੋਚੋ ਜੇਕਰ ਇਸੇ ਫਸਲ ਨੂੰ ਤਬਾਹ ਕਰਨਾ ਪਵੇ ਤਾਂ ਕਿੰਨਾ ਦੁੱਖ ਹੋਏਗਾ। ਹਰਿਆਣਾ ਦੇ ਕਰਨਾਲ ਅਤੇ ਜੀਂਦ ਦੇ ਵਿੱਚ ਅਜਿਹੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਅਤੇ ਕਿਸਾਨਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਰਾਕੇਸ਼ ਟਕੈਤ ਦੇ ਵੱਲੋਂ ਫਸਲ ਦੀ ਕੁਰਬਾਨੀ ਦੇਣ ਵਾਲਾ ਇੱਕ ਬਿਆਨ ਆਇਆ ਸੀ। ਹਾਲਾਂਕਿ ਰਾਕੇਸ਼ ਟਕੈਤ ਨੇ ਹੁਣ अपील भी की है कि अपनी फसल तबाह ना की जाए, पर तुहानू तस्वीरां दिखाउंदे हां जींद अते करनाल दियां। अगर ज्यादा बकवास सरकार ने करी तो कसम खाएगा एक किसान खड़ी फसल में आग लगाएगा। अपनी एक फसल की कुर्बानी देंगे तो 20 साल तक किसान जिंदा रहेगा। एक का दाना नहीं देंगे, अपने घर जो का दाना रखेंगे, दूसरी फसल में खड़ी में आग लगवा देंगे। किसान लीडर राकेश टकैत ਦੇ ਬਿਆਨ ਬਾਅਦ ਹਰਿਆਣਾ ਦੀ ਜੀਂਦ 'ਚ ਕੁਝ ਇਸ ਤਰ੍ਹਾਂ ਦੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ। ਇੱਥੇ ਕਿਸਾਨਾਂ ਨੇ ਆਪਣੀ ਖੜੀ ਫਸਲ ਉੱਤੇ ਟਰੈਕਟਰ ਚਲਾ ਦਿੱਤਾ। ਵੱਡੀ ਗਿਣਤੀ 'ਚ ਖੁਦ ਔਰਤਾਂ ਨੇ ਆਪਣੀ ਹਰੀ ਭਰੀ ਫਸਲ ਨੂੰ ਪੱਕਣ ਤੋਂ ਪਹਿਲਾਂ ਹੀ ਕੱਟ ਦਿੱਤਾ। ਤਸਵੀਰਾਂ ਜੀਂਦ ਦੇ ਪਿੰਡ ਗੁਲਕਨੀ ਦੀਆਂ ਨੇ। ਕਿਸਾਨ ਔਰਤਾਂ ਕਮਲੇਸ਼ ਅਤੇ ਅਮਰਪਤੀ ਦਾ ਕਹਿਣਾ ਹੈ ਕਿ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਹਰਿਆਣਾ ਸਮੇਤ पूरे देश के लोग अजिहा ही करनगे। मारा अरब हो गया मारे 10 किलो तो हमने पाए दिए हैं, और जितने पाए जाएंगे नहीं मारे कटर रात दिन चल लेंगे। और कितना रखा जाएगा? रखा जाएगा मैं दुआड़ा डबड़ा जिसका जितनी खान के नहीं जिसकर मैं जितनी लागेगी लागत रखा फालतू नहीं रखा। हम तो बावा हां तो देख लो और सारा भारत में खवाएंगे हैं, और हम नहीं रखते ना, हम आपका फसल ढूंढे के खाएंगे तो कितनी वो फिर बावांगे तो बढ़ाएंगे तो होगा। ट्रैक्टर उपर बैठे ये ने राम मेहर जिन्हें अपनी खड़ी 2 एकड़ फसल वाह दी। राम मेहर कहते ने कि वो सिर्फ अपने खान और पशुओं लिए रख के बाकी फसल नूं नष्ट कर रहे ने। मेरे हमने 2 किले जोत दिए, हमारे पास 6-7 किले हैं, हमने 2 किले अपने जोत दिए। आगे बोलेंगे उनको भी जोत देंगे हम। फसल अपने डांगरा के खाने के लिए और हमारे खाने के लिए फसल रखी है हमने बस, और हम अपनी सारी फसल को पाएंगे। ये पूरे भारत में शुरू हो जाएगा काम। अभी आप देखना ये शुरुआत है, आने वाले कुछ दिनों में पूरे भारत में ऐसा ही आपको देखने को मिलेगा। अगर ऐसे ही आंदोलन चलता रहे, सरकार हमारी बात नहीं सुन रही, तो इस फसल को बांटेंगे और अगली फसल की बुआई नहीं की जाएगी। इस सब विच किसान औरतां दा एक तर्क ये भी है कि बाकी परिवार दे जी अंदोलन च जाण कारण हुण फसल दी सांभ संभाल करने वाला पिछे कोई नहीं है। अजिहे च उन्हां खेती कानूनां खिलाफ फसल नूं नष्ट करना बेहतर समझिया। किसान मारे उड़े बैठे हाँ। पानी कौन देगा मैं कौन पानी देगा, कौन भाई इनमें खाद गेड़ेगा। ओ लाइन पड़ी मारे ऊपर के पड़े, ओ लाइन कर खेता में गेड़ दिए कड़ियां तीरी पड़ी। जनानियां में डांडा मारे किसान मुद्रना पे बैठे हमें दुख ना मारा पानी देनी है ना हमारा खाद गेड़नी है। मारी क्यों फसल सूख तो गई है, हमें आप फसल नहीं चाहते, हमें तो सारे मारे धरना पे बैठांगे जाकर। इस दौरान किसान लीडर राकेश टकैत का एक ट्वीट भी सामने आया है जिस विच वो कह रहे हैं कि उन्हें अजिहा नहीं कहा। आंदोलन चलता रहेगा और नौजवानों से है कि जिस तरह से फसल को बर्बाद कर रहे हैं वो ना करें। जब टाइम आओगा उनकी फसल भी कटेगी और आंदोलन भी चलेगा।
ਉਧਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਅਜਿਹਾ ਆਪਣੇ ਕਿਸਾਨ ਲੀਡਰ ਰਾਕੇਸ਼ ਟਿਕੈਤ ਦੇ ਬਿਆਨ ਬਾਅਦ ਕਰ ਰਹੇ ਨੇ। फसल इसलिए जोत रहे हैं भाई साहब, राकेश टिकैत का बयान आया था भाई एक फसल को हम जला देंगे। हम जलाने की वजह से हमने सोचा भाई प्रदूषण होगा, प्रदूषण से हमारे चालान कटेंगे, FIR होंगे हमारे, इसके कारण से हम अपना इससे पहले हम अपने उसको जोत रहे हैं। राकेश टिकैत जी ने कहा कि अगर जरूरत पड़ी तो किसान फसल जलाने के लिए तैयार है, क्यों फसल का टाइम आ चुका है, लेकिन किसान अपनी कुर्बानी देने के लिए भी तैयार है, चाहे उसे फसल क्यों ना जलानी पड़े। ਹੁਣ ਰਾਕੇਸ਼ ਟਿਕੈਤ ਦਾ ਉਹ ਪੂਰਾ ਬਿਆਨ ਵੀ ਸੁਣ ਲੈਂਦੇ ਆ ਜੋ ਉਹਨਾਂ ਹਰਿਆਣਾ ਦੇ ਹਿਸਾਰ 'ਚ ਦਿੱਤਾ ਸੀ। आपको हाथ उठा के करना पड़ेगा कि एक फसल की कुर्बानी की जरूरत पड़ी तो खड़ी फसलों में आग लगानी पड़ेगी। हटाओ, सरकार गलत फहमी माना रहा है कि किसान फसल कटाई पे गांव आएगा। अगर ज्यादा बकवास सरकार ने करी तो कसम खाएगा एक किसान खड़ी फसल में आग लगाएगा अपनी। एक फसल की कुर्बानी देंगे तो 20 साल तक किसान जिंदा रहेगा। एक का दाना नहीं देंगे, अपने घर जो का दाना रखेंगे दूसरी फसल में खड़ी में आग लगवा देंगे। ये गलत फहमी मत करो किसानों के प्रति। ये 2 महीने में आंदोलन खत्म हो जाएगा, हम फसल भी काटेंगे और आंदोलन भी चलेगा। और दिल्ली की एक का कील काट गाड़ी है, एक का कील दिल्ली की जो गाड़ी है, अगला टारगेट 40 लाख ट्रैक्टर का है। पूरे देश भर में जाएंगे, 40 लाख ट्रैक्टर को इकट्ठा करेंगे। और ज्यादा दिक्कत करी ना, ये ट्रैक्टर भी वही है, ये किसान भी वही है, ये फिर दिल्ली में जाएगा, ये फिर दिल्ली में जाएगा। और अब की बार में हल क्रांति होगी। हल क्रांति में जो जो खेत के औजार होंगे सारे जाएंगे दिल्ली। ध्यान से सुन ले कान खोल कर। ਕਿਸਾਨ ਲੀਡਰ ਰਾਕੇਸ਼ ਟਿਕੈਤ ਦੇ ਇਸੇ ਭਾਸ਼ਣ ਬਾਅਦ ਜੀਂਦ 'ਚ ਕਿਸਾਨਾਂ ਨੇ ਆਪਣੀ ਫਸਲ ਨੂੰ ਨਸ਼ਟ ਕੀਤਾ ਹੈ। ਕੇਂਦਰ ਖਿਲਾਫ ਕਿਸਾਨਾਂ ਦਾ ਗੁੱਸਾ ਹੈ, ਜਿਸ ਕਾਰਨ ਹੀ ਉਹਨਾਂ ਬੱਚਿਆਂ ਵਾਂਗ ਪਾਲੀ ਹਰੀ ਭਰੀ ਫਸਲ ਉੱਤੇ ਟਰੈਕਟਰ ਚਲਾ ਦਿੱਤਾ। ਇੱਥੇ ਰੁਕਦੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਪਰ ਬ੍ਰੇਕ ਦੇ ਉਸ ਪਾਰ ਦਿਖਾਵਾਂਗੇ ਕਿ ਕਿਵੇਂ ਪੈਟਰੋਲ ਤੇ ਪੱਕੀ ਹੋਈ ਹੈ ਸਿਆਸਤ ਅਤੇ ਹਾਲੋ ਬੇਹਾਲ ਹੈ ਜਨਤਾ। ਪੈਟਰੋਲ ਦੀਆਂ ਵਧੀਆਂ ਹੋਈਆਂ ਕੀਮਤਾਂ ਨੇ ਜਨਤਾ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਹਾਲਾਂਕਿ 2 ਦਿਨਾਂ ਤੋਂ ਤਾਂ ਪੈਟਰੋਲ ਦੇ ਰੇਟ ਦੇ ਵਿੱਚ ਇਜ਼ਾਫਾ ਨਹੀਂ ਹੋਇਆ, ਪਰ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ 90 ਤੋਂ ਪਾਰ ਹੋ ਚੁੱਕੀ ਹੈ ਪੈਟਰੋਲ ਦੀ ਕੀਮਤ ਅਤੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ ਪੈਟਰੋਲ 100 ਤੋਂ ਵੀ ਪਾਰ ਹੋ ਚੁੱਕਿਆ ਹੈ। ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਪ੍ਰਦਰਸ਼ਨ ਕੀਤੇ ਗਏ ਕੇਂਦਰ ਸਰਕਾਰ ਦੇ ਖਿਲਾਫ ਅਤੇ ਨਾਲ ਹੀ ਸਵਾਲ ਸੂਬਾ ਸਰਕਾਰ ਤੋਂ ਵੀ ਕੀਤੇ ਗਏ। ਹਾਲਾਂਕਿ ਜਦੋਂ ਪੰਜਾਬ ਸਰਕਾਰ ਤੋਂ ਉਹਨਾਂ ਦੇ ਹਿੱਸੇ ਦਾ ਵੈਟ ਛੱਡਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਚੁੱਪੀ वटनी ही जरूरी समझी गई। कार मोटरसाइकिल नूं सड़क ते कढना किन्ना कुछ महंगा है, इस मीटर ते नित बदलते आंकड़ियां तो बयान हुंदा है। सड़कां ते नारेबाजी करदे लोकां दी जेब नित इस वधदे तेल दे रेटां करके ढिल्ली हो रही है। गैस दीयां वधियां कीमतां करके रसोई दा बजट विगड़ रहा है। ये तस्वीरां पंजाब दे वख-वख शहरां दियां ने जिथे लोग केंद्र सरकार खिलाफ गुस्सा जाहिर कर रहे ने। आंकड़िਆਂ ਦੇ ਨਜ਼ਰ ਮਾਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਪ੍ਰਤੀ ਲੀਟਰ ਪੈਟਰੋਲ ਦਾ ਰੇਟ 92 ਰੁਪਏ 16 ਪੈਸੇ ਹੈ, ਜਲੰਧਰ ਦੇ ਵਿੱਚ 91 ਰੁਪਏ 54 ਪੈਸੇ, ਲੁਧਿਆਣਾ 'ਚ 91 ਰੁਪਏ 53 ਪੈਸੇ, ਮੁਹਾਲੀ 'ਚ 92 ਰੁਪਏ 43 ਪੈਸੇ, ਪਟਿਆਲਾ ਦੇ ਵਿੱਚ 91 ਰੁਪਏ 96 ਪੈਸੇ, ਜਦੋਂ ਕਿ ਫਿਰੋਜ਼ਪੁਰ ਦੇ ਵਿੱਚ ਪ੍ਰਤੀ ਲੀਟਰ ਪੈਟਰੋਲ ਦਾ ਰੇਟ 92 ਰੁਪਏ 21 ਪੈਸੇ ਹੈ।
ਪੈਟਰੋਲ ਤੇ ਡੀਜ਼ਲ ਦੇ ਨਾਲ LPG ਤੇ ਗੈਸ ਤੇ ਹੋਰ ਜਿਹੜੀ ਜ਼ਰੂਰੀ ਵਸਤੂਆਂ ਨੇ ਜਿਹੜੀਆਂ ਕਿ ਮਿਡਲ ਕਲਾਸ ਤੇ ਲੋਅਰ ਮਿਡਲ ਕਲਾਸ ਲਈ ਜਿਉਣ ਲਈ ਜ਼ਰੂਰੀ ਹੁੰਦੀਆਂ ਨੇ, ਉਹਨਾਂ ਦੇ ਦਿਨ ਬ ਦਿਨ ਰੇਟ ਵਧੀ ਜਾ ਰਹੇ ਨੇ ਤੇ ਮੋਦੀ ਸਰਕਾਰ ਇਹ ਪੱਕਾ ਸਿੱਧ ਕਰ ਰਹੀ ਹੈ ਕਿ ਉਹਨਾਂ ਨਾਲ ਲੋਕਾਂ ਦੀ ਤਕਲੀਫ ਉਹਨਾਂ ਨੂੰ ਨਹੀਂ ਸੁਣਦੀ, ਉਹਨਾਂ ਦੇ ਕੰਨ ਤੇ ਜੂੰ ਨਹੀਂ ਰੇਂਗਦੀ। ਸਿਲੰਡਰ ਰੇਟ ਪਤਾ ਕਿੰਨੇ ਜ਼ਿਆਦਾ ਵੱਧ ਗਏ, ਦੁੱਗਣੇ ਹੋ ਗਏ ਹੈ। ਪੈਟਰੋਲ ਵਗੈਰਾ ਲੋਕਾਂ ਨੂੰ ਤਾਂ ਹੁਣ ਗੱਡੀਆਂ ਵੇਚ ਹੀ ਦੇਣੀਆਂ ਚਾਹੀਦੀਆਂ ਕਿ ਇੰਨੇ ਤੇਲ ਹੋ ਗਏ ਵੱਧ। ਕੀਮਤਾਂ ਇੰਨੀਆਂ ਜ਼ਿਆਦਾ ਵੱਧ ਰਹੀਆਂ, ਜਿਹੜਾ ਗੈਸ 450 ਤੋਂ ਸਟਾਰਟ ਹੋ ਗਿਆ ਅੱਜ 800 ਤੱਕ ਪਹੁੰਚ ਗਿਆ ਵੇ। ਪੈਟਰੋਲ ਡੀਜ਼ਲ ਜਿਹੜਾ ਸੀਗਾ 60-70 ਤੋਂ ਲੈ ਕੇ ਅੱਜ 91 ਰੁਪਏ ਤੱਕ ਹੋ ਗਿਆ ਵੇ। ਰਾਸ਼ਨ ਦੀਆਂ ਹਰ ਚੀਜ਼ਾਂ ਮਹਿੰਗਾਈ ਦੀਆਂ ਵੱਧ ਰਹੀਆਂ, ਫਲ ਫਰੂਟ ਹੋ ਗਿਆ, ਰਾਸ਼ਨ ਦਾ ਸਮਾਨ ਬਹੁਤ ਜ਼ਿਆਦਾ ਵੱਧ ਰਿਹਾ ਕਿ ਆਮ ਆਦਮੀ ਦੀ ਪਹੁੰਚ ਤੋਂ ਵੀ ਬਾਹਰ ਹੈ। ਲੋਕਾਂ 'ਚ ਇਹਦਾ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਔਰ ਜੋ ਇਹਨੇ ਡੀਜ਼ਲ ਪੈਟਰੋਲ ਸਿਰਫ 2 ਘਰਾਂ ਨੂੰ ਫਾਇਦਾ ਦੇਣ ਪਿੱਛੇ ਕੋਈ ਦੇਖੋ ਰੁਜ਼ਗਾਰ ਨਹੀਂ, ਸਾਰੀ ਰੁਜ਼ਗਾਰ ਇਹ ਕਹਿੰਦਾ ਬੇਰੁਜ਼ਗਾਰ ਤਾਂ ਮੈਂ ਕਰਤੇ ਆ, ਸਾਰਾ ਰੁਜ਼ਗਾਰ ਅਦਾਨੀ ਅੰਬਾਨੀ ਥਰੂ ਹੋਊਗਾ। ਹਾਲਾਂਕਿ ਬੀਤੇ 2 ਦਿਨ ਤੋਂ ਤਾਂ ਰੇਟ ਨਹੀਂ ਵਧਿਆ, ਪਰ ਬੀਤੇ ਕਈ ਦਿਨਾਂ ਤੋਂ ਲਗਾਤਾਰ ਇਨ੍ਹਾਂ ਰੇਟਾਂ ਦੇ ਵਿੱਚ ਇਜ਼ਾਫਾ ਹੋਇਆ। ਕਿਤੇ 100 ਕਿਤੇ 90 ਤੋਂ ਪਾਰ ਨਿਤ ਪੈਸਾ ਕਰਕੇ ਵੱਧਦੇ ਤੇਲ ਦਾ ਇਹ ਰੇਟ ਜਨਤਾ ਨੂੰ ਹਾਲੋ ਬੇਹਾਲ ਕਰ ਰਿਹਾ ਹੈ। ਪੰਜਾਬ ਦਿੱਲੀ 'ਚ 90 ਤੋਂ ਪਾਰ ਹੈ ਤੇ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਕੁਝ ਥਾਵਾਂ ਤੇ ਪੈਟਰੋਲ ਸੈਂਚੁਰੀ ਬਣਾ ਚੁੱਕਿਆ ਹੈ। ਭਾਰਤ 'ਚ ਸ਼੍ਰੀ ਗੰਗਾਨਗਰ 'ਚ ਸਭ ਤੋਂ ਮਹਿੰਗਾ ਪੈਟਰੋਲ ਯਾਨੀ ਕਿ 101 ਰੁਪਏ 16 ਪੈਸੇ ਪ੍ਰਤੀ ਲੀਟਰ ਹੈ। ਬੀਤੇ 5 ਸਾਲ 'ਚ ਪੈਟਰੋਲ ਦਾ ਇਹ ਸਭ ਤੋਂ ਵੱਧ ਰੇਟ ਰਿਹਾ ਹੈ। ਭਾਰਤ 'ਚ ਪੈਟਰੋਲ ਦਾ ਸਭ ਤੋਂ ਘੱਟ ਰੇਟ 1 ਮਾਰਚ 2003 ਨੂੰ 23 ਰੁਪਏ 1 ਪੈਸਾ ਸੀ। ਵਿਰੋਧੀ ਧਿਰਾਂ ਪੈਟਰੋਲ ਦੇ ਰੇਟਾਂ ਨੂੰ ਇਸ ਤਰ੍ਹਾਂ ਲੱਗੀ ਅੱਗ ਤੇ ਸਰਕਾਰ ਨੂੰ ਘੇਰ ਰਹੀਆਂ ਨੇ। ਭਾਰਤ 85% ਤੇਲ ਬਾਹਰੋਂ ਮੰਗਵਾਉਂਦਾ ਹੈ ਯਾਨੀ ਕਿ ਇੰਪੋਰਟ ਕਰਦਾ ਹੈ। ਵਿਰੋਧੀ ਸਵਾਲ ਖੜੇ ਕਰ ਰਹੇ ਨੇ ਕਿ ਘਰੇਲੂ ਕੱਚੇ ਤੇਲ ਦਾ ਉਤਪਾਦਨ ਬੀਜੇਪੀ ਸਰਕਾਰ 'ਚ ਪਹਿਲਾਂ ਨਾਲੋਂ ਵੀ ਘਟਿਆ ਹੈ, ਜਿਸ ਦਾ ਨਤੀਜਾ ਜਨਤਾ ਭੁਗਤ ਰਹੀ ਹੈ। ਹਾਲਾਂਕਿ ਕੀਮਤਾਂ 'ਚ ਜੋ ਬੇਤਹਾਸ਼ਾ ਵਾਧਾ ਹੋਇਆ ਹੈ, ਜੋ ਝਟਕੇ ਲੋਕਾਂ ਨੂੰ ਲੱਗ ਰਹੇ ਨੇ, ਉਸ 'ਚ ਕੇਂਦਰ ਅਤੇ ਸੂਬਾ ਸਰਕਾਰ ਦੋਵਾਂ ਦਾ ਹਿੱਸਾ ਹੈ। ਤੇਲ ਦੀ ਕੀਮਤ 'ਚ ਟੈਕਸ ਦੇ ਗਣਿਤ ਤੇ ਗੌਰ ਕਰਨਾ ਹੋਏਗਾ। ਪੈਟਰੋਲ ਸਭ ਤੋਂ ਪਹਿਲਾਂ ਰਿਫਾਈਨਰੀ 'ਚੋਂ ਖਰੀਦਿਆ ਜਾਂਦਾ ਹੈ, ਫਿਰ ਪੈਟਰੋਲ ਡੀਲਰ ਨੂੰ ਮਿਲਦਾ ਹੈ ਜਿਸ ਤੇ ਕੇਂਦਰ ਦੀ ਐਕਸਾਈਜ਼ ਡਿਊਟੀ ਲੱਗਦੀ ਹੈ, ਜਿਸ ਤੋਂ ਬਾਅਦ ਡੀਲਰ ਦਾ ਕਮਿਸ਼ਨ ਲੱਗਦਾ ਹੈ ਅਤੇ ਆਖਿਰ ਦੇ ਵਿੱਚ ਸੂਬਾ ਸਰਕਾਰ ਵੱਲੋਂ ਵੈਟ ਲਗਾਇਆ ਜਾਂਦਾ ਹੈ। ਅਤੇ ਜਦੋਂ ਤੱਕ ਪੈਟਰੋਲ ਲੋਕਾਂ ਦੇ ਵਾਹਨਾਂ ਤੱਕ ਪਹੁੰਚਦਾ ਹੈ ਤੇ ਅੰਕੜੇ ਕੁਝ ਇਸ ਤਰ੍ਹਾਂ ਦਿਖਾਈ ਦਿੰਦੇ ਨੇ। ਸਪਸ਼ਟ ਹੈ ਕਿ ਪੈਟਰੋਲ ਤੋਂ ਸਰਕਾਰ ਨੂੰ ਚੰਗੀ ਕਮਾਈ ਹੁੰਦੀ ਹੈ ਤੇ ਇਸ ਮੁਨਾਫੇ ਤੋਂ ਹੱਥ ਧੋਣਾ ਕੋਈ ਨਹੀਂ ਚਾਹੁੰਦਾ। ਨਤੀਜਾ ਜਨਤਾ ਤੇ ਨਿਤ ਦਿਨ ਮਹਿੰਗਾਈ ਦੀ ਮਹਾਮਾਰੀ ਮਾਰ ਕਰ ਰਹੀ ਹੈ। ਹਾਲਾਂਕਿ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਵਿੱਚ ਲਾਏ ਜਾਂਦੇ ਟੈਕਸ ਦੇ ਕੁਝ ਹਿੱਸੇ ਨੂੰ ਘਟਾ ਕੇ ਲੋਕਾਂ ਨੂੰ ਰਾਹਤ ਦੇਣ ਦਾ ਐਲਾਨ ਜ਼ਰੂਰ ਕੀਤਾ ਹੈ, ਪਰ ਪੰਜਾਬ ਸਰਕਾਰ ਤੋਂ ਜਦੋਂ ਇਸ ਬਾਬਤ ਸਵਾਲ ਕੀਤਾ ਗਿਆ ਤਾਂ ਕੇਂਦਰ ਸਰਕਾਰ ਨੂੰ ਘੇਰਿਆ ਗਿਆ, ਪਰ ਆਪਣੇ ਹਿੱਸੇ ਦੇ ਸਵਾਲ ਤੇ ਚੁੱਪੀ ਹੀ ਵੱਟੀ ਰੱਖੀ। $108 ਕੱਚਾ ਤੇਲ ਸੀਗਾ ਤੇ ਉਦੋਂ 2008 ਦੇ ਅੰਦਰ 45 ਰੁਪਏ ਪੈਟਰੋਲ ਸੀਗਾ। ਅੱਜ $60 ਦੇ ਕਰੀਬ ਜਿਹੜਾ ਕਰੂਡ ਕੱਚਾ ਤੇਲ ਹੈ ਤੇ ਅੱਜ 100 ਰੁਪਏ ਨੂੰ ਪੈਟਰੋਲ ਹੋਇਆ ਖੜਾ। ਇਹਦਾ ਜਵਾਬ ਕੌਣ ਦੇਊਗਾ? ਸਮਰਿਤੀ ਜੀ ਤਾਂ ਦੇ ਨਹੀਂ ਸਕਦੇ ਜਵਾਬ, ਨਾ ਸੀਤਾਰਮਨ ਜੀ ਦੇ ਸਕਦੇ। ਜਵਾਬ ਦੇਣਾ ਪਊਗਾ ਮੋਦੀ ਸਾਹਿਬ ਨੂੰ। ਮੋਦੀ ਸਾਹਿਬ ਭੱਜ ਰਹੇ ਇਹਨਾਂ ਗੱਲਾਂ ਤੋਂ। ਮੋਦੀ ਸਾਹਿਬ ਵਧਾਈਆਂ ਲੈ ਰਹੇ। ਬੀਜੇਪੀ ਦੇ ਅੰਦਰ ਵੀ ਬਹੁਤ ਅੱਛਾ ਕਾਨੂੰਨ ਲੈ ਕੇ ਆਏ ਹੈ। ਮਸਲਾ ਲੋਕਾਂ ਦਾ ਹੈ, ਲੋਕਾਂ ਦੀ ਗੱਲ ਸੁਣੋ ਤੇ ਲੋਕਾਂ ਦੀ ਗੱਲ ਕਰੋ। ਮੋਦੀ ਸਾਹਿਬ ਥੈਂਕ ਯੂ। कम कर रही है इसमें पेट्रोल डीजल पे, तो क्या पंजाब सरकार को करना चाहिए? ਮੰਦੀ ਅਤੇ ਮਹਿੰਗਾਈ ਦੇ ਇਸ ਦੌਰ 'ਚ ਲੋਕਾਂ ਦਾ ਕਿਸ ਕਦਰ ਤਰਾਹ ਨਿਕਲ ਰਿਹਾ ਹੈ, ਇਸ ਦੀ ਗਵਾਹੀ ਲੋਕ ਤਾਂ ਦੇ ਹੀ ਰਹੇ ਨੇ, ਨਾਲ ਹੀ ਅੰਕੜਿਆਂ ਦੀ ਜ਼ੁਬਾਨੀ ਵੀ ਇਹੀ ਸਾਬਿਤ ਹੁੰਦਾ ਹੈ। ਪਰ ਸਰਕਾਰਾਂ ਬੇਮੁਖ ਹੋਈਆਂ ਨੇ ਤੇ ਜਨਤਾ ਨੂੰ ਇਹ ਮਾਰ ਚੱਲਣ ਦੇ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਫਰੰਟਫੁੱਟ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਪਰ ਲੀਡ ਸਟੋਰੀ ਦੇ ਵਿੱਚ ਦੇਖਣਾ ਨਾ ਭੁੱਲਣਾ ਕਿ ਕਿਉਂ ਹਰਿਆਣਾ ਦੇ ਕੁਝ ਕਿਸਾਨਾਂ ਨੇ ਤਬਾਹ ਕੀਤੀ ਹੈ ਆਪਣੀ ਫਸਲ।